Good morning students. Today we will start your component accounting. Before the introduction of accounting, I will discuss your syllabus. Firstly, introduction to accounting, theory base of accounting, recording of business transactions, trial balance, depreciation, bank reconciliation statements, bill of exchange, financial statements. All these are chapters are in your syllabus, which includes theoretical plus practical. Means कुछ की ने practical ने chapters, कुछ की ने theoretical ने. So before the introduction of accounting, I will discuss with you what is bookkeeping, because we know that accounting starts when bookkeeping ends. Means accounting starts where bookkeeping ends. ਬੁੱਕਕੀਪਿੰਗ ਤੋਂ ਬਾਅਦ ਹੀ ਆਪਾਂ ਕੀ ਕਰ ਸਕਦੇ ਹਾਂ, ਅਕਾਊਂਟਿੰਗ ਕਰ ਸਕਦੇ ਹਾਂ. ਤਾਂ ਫਸਟਲੀ ਕੀ ਹੈ, ਵਾਟ ਡੂ ਯੂ ਮੀਨ ਬਾਈ ਬੁੱਕਕੀਪਿੰਗ? ਮੀਨਸ ਬੁੱਕਕੀਪਿੰਗ ਹੈ ਕੀ ਚੀਜ਼ ਹੈ? Meaning of bookkeeping. Bookkeeping consists of two words, book plus keeping. It means to keep the books of accounts, to record all the financial transactions. Means ਕੀ ਹੈ ਹੁਣ bookkeeping ਕੀ ਹੈ? ਸਪੋਜ਼ ਕਰੋ ਆਪਾਂ ਐਗਜ਼ਾਮਪਲ ਦਿੰਦੇ ਹਾਂ ਵੀ ਕੋਈ ਕਲੋਥ ਬਿਜ਼ਨਸ ਹੈ, ਤਾਂ ਕਲੋਥ ਬਿਜ਼ਨਸ ਦੇ ਵਿੱਚ ਲਗਾ ਲਓ ਜਾਂ ਕਲੋਥ ਸ਼ਾਪ ਦੇ ਵਿੱਚ ਲਗਾ ਲਓ, ਡੇ ਟੂ ਡੇ ਕੀ ਹੁੰਦੀ ਹੈ, ਬਾਇੰਗ ਐਂਡ ਸੈਲਿੰਗ ਆਫ ਕਲੋਥਸ ਹੁੰਦੇ ਨੇ. ਤਾਂ ਇਹਨਾਂ ਦਾ ਕਿਤੇ ਨਾ ਕਿਤੇ ਆਪਾਂ ਨੂੰ ਕੀ ਰੱਖਣਾ ਪੈਂਦਾ, ਰਿਟਨ ਰਿਕਾਰਡ ਰੱਖਣਾ ਪੈਂਦਾ. ਰਿਟਨ ਰਿਕਾਰਡ ਮੀਨਸ ਕੀ ਹੈ, ਇੱਕ ਡੇ ਦੇ ਵਿੱਚ, ਵੀਕ ਦੇ ਵਿੱਚ, ਮੰਥ ਦੇ ਵਿੱਚ, ਈਅਰ ਦੇ ਵਿੱਚ ਕਿੰਨੇ ਦੀ ਬਾਇੰਗ ਹੋਈ ਹੈ, ਕਿੰਨੇ ਦੀ ਸੈਲਿੰਗ ਹੋਈ ਹੈ, ਕਿੰਨੇ ਦਾ ਪ੍ਰੋਫਿਟ ਹੋਇਆ ਅਤੇ ਕਿੰਨੇ ਦਾ ਲਾਸ ਹੋਇਆ. all these records are to be maintained in books. So these books are called bookkeeping. Means ਕੀ ਹੈ, ਜਦੋਂ ਆਪਾਂ ਬਾਇੰਗ ਐਂਡ ਸੈਲਿੰਗ ਦਾ, ਪ੍ਰੋਫਿਟ ਜਾਂ ਲਾਸ ਦਾ ਕਿਤੇ ਬੁੱਕਸ ਦੇ ਵਿੱਚ ਰਿਕਾਰਡ ਰੱਖਦੇ ਹਾਂ ਤਾਂ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ, ਬੁੱਕਕੀਪਿੰਗ ਕਹਿ ਸਕਦੇ ਹਾਂ. ਹੁਣ ਬੁੱਕਕੀਪਿੰਗ ਕਿਉਂ ਜ਼ਰੂਰੀ ਹੈ? ਕਿਉਂਕਿ ਆਪਣੇ ਕੋਲ ਰਿਟਨ ਦੇ ਵਿੱਚ ਇੱਕ ਪ੍ਰੂਫ ਹੋ ਜਾਂਦਾ. then it is not possible for a person to remember all the transactions. So these transactions have to be recorded in books in a systematic manner, because it is not possible for a person. ਕਿਉਂਕਿ ਹੁਣ ਦੇਖੋ ਇੱਕ ਇੰਡੀਵਿਜੂਅਲ ਪਰਸਨ ਦੇ ਲਈ ਇੰਨੀਆਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਰਿਮੈਂਬਰ ਕਰਨਾ, ਯਾਦ ਰੱਖਣਾ ਕੀ ਹੈ, ਬਹੁਤ ਹੀ ਇੰਪੋਸੀਬਲ ਹੈ. ਤਾਂ ਕਰਕੇ ਆਪਾਂ ਕੀ ਕਰਦੇ ਹਾਂ, ਬੁੱਕਸ ਮੇਨਟੇਨ ਕਰਦੇ ਹਾਂ, ਬੁੱਕ ਕੀਪਿੰਗ ਕਰਦੇ ਹਾਂ, ਤਾਂ ਕਿ ਆਪਣਾ ਕੋਈ ਹੋ ਸਕੇ, ਰਿਟਨ ਰਿਕਾਰਡ ਹੋ ਸਕੇ ਆਪਣੇ ਕੋਲ. Then definition of bookkeeping. Bookkeeping is an art of recording in the books of accounts the monetary aspect of commercial and financial transactions. ਉਹੀ ਗੱਲ ਆ ਗਈ ਕਿ bookkeeping ਕੀ ਹੈ, ਇੱਕ ਆਰਟ ਹੈ ਰਿਕਾਰਡਿੰਗ ਇਨ ਦਾ ਬੁੱਕਸ, ਰਿਕਾਰਡ ਕਰਨ ਦਾ ਟ੍ਰਾਂਜੈਕਸ਼ਨਸ ਨੂੰ. ਟ੍ਰਾਂਜੈਕਸ਼ਨਸ ਕੀ ਹੁੰਦੇ ਨੇ, ਆਪਣੀਆਂ ਐਂਟਰੀਜ਼ ਹੁੰਦੀਆਂ ਨੇ, ਬਾਇੰਗ ਐਂਡ ਸੈਲਿੰਗ, ਡੇ ਟੂ ਡੇ ਨੂੰ ਆਪਾਂ ਕੀ ਕਹਿ ਸਕਦੇ ਹਾਂ, ਟ੍ਰਾਂਜੈਕਸ਼ਨਸ ਕਹਿ ਸਕਦੇ ਹਾਂ. ਤਾਂ ਬੁੱਕਕੀਪਿੰਗ ਕੀ ਹੈ, ਇੱਕ ਆਰਟ ਹੈ ਇਹ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨ ਦਾ ਡੇ ਟੂ ਡੇ. ਦੈਨ ਆਪਣੇ ਕੋਲ ਹੈ ਫੀਚਰਸ ਆਫ ਬੁੱਕਕੀਪਿੰਗ. ਫਸਟ ਕੀ ਹੈ, ਇਟ ਰਿਕਾਰਡਸ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਓਨਲੀ. ਦੇਖੋ ਮੈਂ ਪਹਿਲਾਂ ਹੀ ਕਿਹਾ ਵੀ ਸਪੋਜ਼ ਕਰੋ ਕੋਈ ਕਲੋਥ ਬਿਜ਼ਨਸ ਹੈ, ਤਾਂ ਤੁਸੀਂ ਉਹਦੇ ਵਿੱਚ ਕੀ ਕਰ ਸਕਦੇ ਹੋ, ਸਿਰਫ ਬਿਜ਼ਨਸ ਰਿਲੇਟਡ ਟ੍ਰਾਂਜੈਕਸ਼ਨਸ ਨੂੰ ਹੀ ਐਂਟਰ ਕਰ ਸਕਦੇ ਹੋ, ਬਿਜ਼ਨਸ ਰਿਲੇਟਡ ਟ੍ਰਾਂਜੈਕਸ਼ਨਸ ਨੂੰ ਹੀ ਪੋਸਟ ਕਰ ਸਕਦੇ ਹੋ. ਮੀਨਸ ਕੀ ਹੈ, ਜੇ ਹੁਣ ਆਪਾਂ ਸਪੋਜ਼ ਕਰੋ ਕੋਈ ਕਲੋਥ ਬਿਜ਼ਨਸ ਹੈ, ਤਾਂ ਆਪਾਂ ਕਲੋਥ ਦੀ ਕਿੰਨੀ ਬਾਇੰਗ ਐਂਡ ਸੈਲਿੰਗ ਹੋਈ, ਕਿੰਨਾ ਪ੍ਰੋਫਿਟ ਐਂਡ ਲਾਸ ਹੋਇਆ ਕਲੋਥ ਬਿਜ਼ਨਸ ਤੋਂ, ਆਪਾਂ ਸਿਰਫ ਉਹੀ ਰਿਕਾਰਡ ਕਰ ਸਕਦੇ ਹਾਂ. ਜੇ ਆਪਾਂ ਗੱਲ ਕਰੀਏ ਵੀ ਜਿਹੜਾ ਉਸਦਾ ਓਨਰ ਹੈ, ਉਸਦਾ ਮਾਲਕ ਹੈ, ਜੇ ਉਹਨੂੰ ਕੋਈ ਆਪਣਾ ਪਰਸਨਲ ਬੈਨੀਫਿਟ ਹੋਇਆ, ਕੋਈ ਪਰਸਨਲ ਲਾਸ ਹੋਇਆ, ਤਾਂ ਆਪਾਂ ਉਸਨੂੰ ਬੁੱਕਕੀਪਿੰਗ ਦੇ ਵਿੱਚ ਰਿਕਾਰਡ ਨਹੀਂ ਕਰ ਸਕਦੇ, ਕਿਉਂਕਿ ਬੁੱਕਕੀਪਿੰਗ ਆਪਣੀ ਬਣਦੀ ਹੀ ਕਿਹਦੇ ਲਈ ਹੈ, ਆਪਣੇ ਖੁਦ ਦੇ ਬਿਜ਼ਨਸ ਦੇ ਲਈ. ਤਾਂ ਬਿਜ਼ਨਸ ਅਲੱਗ ਚੀਜ਼ ਹੈ, ਓਨਰ ਕੀ ਹੈ, ਅਲੱਗ ਚੀਜ਼ ਹੈ, ਦੋਨੋਂ ਸੈਪਰੇਟ ਨੇ. ਤਾਂ ਕਰਕੇ ਓਨਰ ਦੀਆਂ ਕੋਈ ਪਰਸਨਲ ਟ੍ਰਾਂਜੈਕਸ਼ਨਸ ਨੂੰ ਆਪਾਂ ਬੁੱਕਕੀਪਿੰਗ ਦੇ ਵਿੱਚ ਐਂਟਰ ਨਹੀਂ ਕਰ ਸਕਦੇ. ਤਾਂ ਇਟ ਰਿਕਾਰਡਸ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਓਨਲੀ. then it records only monetary transactions and non-monetary transactions are ignored. means ਕੀ ਹੈ, monetary transactions ਕਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਜਿਹੜੀਆਂ ਮਨੀ ਦੇ ਨਾਲ ਰਿਲੇਟਡ ਹੁੰਦੀਆਂ ਨੇ, ਪੈਸੇ ਦੇ ਨਾਲ ਰਿਲੇਟਡ ਹੁੰਦੀਆਂ ਨੇ. ਤਾਂ ਆਪਾਂ ਕੀ ਕਰ ਸਕਦੇ ਹਾਂ, ਬੁੱਕਸ ਆਫ ਅਕਾਊਂਟਸ ਦੇ ਵਿੱਚ ਸਿਰਫ ਉਹਨਾਂ ਹੀ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰ ਸਕਦੇ ਹਾਂ ਜੋ ਕਿ ਨੇ ਆਪਣੀ ਮਨੀ ਦੀ ਫੋਰਮ ਦੇ ਵਿੱਚ ਨੇ. ਨੋਨ ਮੋਨੀਟਰੀ ਟਰਮਸ ਨੂੰ ਆਪਾਂ ਇਗਨੋਰ ਕਰਦੇ ਹਾਂ. ਕਿਵੇਂ? ਦੇਖੋ ਸਪੋਜ਼ ਕਰੋ ਆਪਣੇ ਬਿਜ਼ਨਸ ਦੇ ਵਿੱਚ ਕੀ ਨੇ, ਜੇ ਆਪਾਂ ਗੱਲ ਕਰੀਏ ਵੀ 4 ਚੇਅਰਸ ਨੇ, 10 ਟੇਬਲਸ ਨੇ, ਦੈਨ ਆਲ ਥੀਸ ਆਰ ਨਾਟ ਮੋਨੀਟਰੀ ਟ੍ਰਾਂਜੈਕਸ਼ਨਸ. ਠੀਕ ਹੈ, ਦੈਨ ਵੀ ਵਿਲ ਇਗਨੋਰ ਥੀਸ ਬਿਕੋਜ਼ ਵੀ ਵਿਲ ਰਿਕਾਰਡ ਓਨਲੀ ਮਨੀ ਰਿਲੇਟਡ ਟ੍ਰਾਂਜੈਕਸ਼ਨਸ. ਥਰਡ ਆਪਣੇ ਕੋਲ ਟ੍ਰਾਂਜੈਕਸ਼ਨਸ ਆਰ ਰਿਕਾਰਡਡ ਇਨ ਕ੍ਰੋਨੋਲੋਜੀਕਲ ਆਰਡਰ.
ਕਰੋਨੋਲੋਜੀਕਲ ਆਰਡਰ ਕੀ ਹੁੰਦਾ, ਸੀਕੁਐਂਸ ਵਾਈਜ਼। ਕਿਵੇਂ ਦੇਖੋ, ਜਿਵੇਂ ਆਪਣੇ ਸਪੋਜ਼ ਕਰੋ 1 ਅਪ੍ਰੈਲ ਤੋਂ ਬਿਜ਼ਨਸ ਸਟਾਰਟ ਕੀਤਾ ਤਾਂ 1 ਅਪ੍ਰੈਲ ਨੂੰ ਆਪਣੀ ਕਿੰਨੇ ਦੀ ਬਾਇੰਗ ਹੋਈ, 2 ਅਪ੍ਰੈਲ ਨੂੰ ਕਿੰਨੇ ਦੀ ਬਾਇੰਗ ਸੈਲਿੰਗ ਹੋਈ, 3 ਅਪ੍ਰੈਲ ਨੂੰ ਕਿੰਨੇ ਦੀ ਹੋਈ। ਤਾਂ ਐਟ ਦੀ ਐਂਡ ਆਫ ਦੀ ਮੰਥ ਵੀ ਵਿਲ ਰਿਕਾਰਡ ਆਲ ਦੀਜ਼ ਟ੍ਰਾਂਜੈਕਸ਼ਨਸ ਇਨ ਏ ਕਰੋਨੋਲੋਜੀਕਲ ਆਰਡਰ ਇਨ ਏ ਸੀਕੁਐਂਸ ਆਰਡਰ। ਮੀਨਸ ਆਪਾਂ ਇਹ ਨਹੀਂ ਕਹਿ ਸਕਦੇ ਵੀ 1 ਅਪ੍ਰੈਲ ਦੀ ਟ੍ਰਾਂਜੈਕਸ਼ਨ ਪਹਿਲਾਂ ਪਾ ਲਓ, ਉਸ ਤੋਂ ਬਾਅਦ ਫਿਰ 8 ਅਗਸਤ ਦੀ ਪਾ ਲਓ, ਉਸ ਤੋਂ ਬਾਅਦ 13 ਅਗਸਤ। ਨੋ, these will be recorded in a sequence manner. 4th, transactions are recorded for a year generally ends on 31st March। ਜੇ ਆਪਾਂ ਗੱਲ ਕਰੀਏ ਅਕਾਊਂਟਿੰਗ ਪੀਰੀਅਡ ਦੀ ਤਾਂ ਅਕਾਊਂਟਿੰਗ ਪੀਰੀਅਡ ਆਪਣਾ ਕਿਹੜਾ ਹੈ, 1 ਅਪ੍ਰੈਲ ਟੂ 31 ਮਾਰਚ। ਮੀਨਸ ਕੀ ਹੈ, ਹਰ ਇੱਕ ਬੈਂਕਿੰਗ ਬਿਜ਼ਨਸ ਦੇ ਵਿੱਚ, ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਜਾਂ ਅਦਰ ਬਿਜ਼ਨਸਿਸ ਦੇ ਵਿੱਚ ਆਪਣੇ ਜਿਹੜੇ ਅਕਾਊਂਟਸ ਨੇ ਉਹ ਕਦੋਂ ਓਪਨ ਹੁੰਦੇ ਨੇ, 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ। ਤਾਂ ਜੇ ਕੋਈ ਆਪਾਂ ਨੂੰ ਪੁੱਛੇ ਅਕਾਊਂਟਿੰਗ ਪੀਰੀਅਡ ਕਿਹੜਾ, 1 ਅਪ੍ਰੈਲ ਟੂ 31 ਮਾਰਚ। ਮੀਨਸ ਕੀ ਹੈ, 1 ਅਪ੍ਰੈਲ ਤੋਂ ਆਪਾਂ ਅਕਾਊਂਟਸ ਬਣਾਉਣੇ ਸਟਾਰਟ ਕਰਦੇ ਹਾਂ, 31 ਮਾਰਚ ਤੱਕ ਆਪਾਂ ਨੂੰ ਬਣਾਉਂਦੇ ਹਾਂ ਅਤੇ ਬਾਅਦ ਦੇ ਵਿੱਚ ਆਪਾਂ ਕੀ ਕਰਦੇ ਹੁੰਦੀ, ਚੈਕਿੰਗ ਵਗੈਰਾ ਕਰਦੇ ਹਾਂ। ਦੈਨ 5th ਆਪਣੇ ਕੋਲ ਟ੍ਰਾਂਜੈਕਸ਼ਨਸ ਆਰ ਰਿਕਾਰਡਡ ਇਨ ਸਿਸਟਮੈਟਿਕ ਐਂਡ ਸਾਇੰਟੀਫਿਕ ਮੈਨਰ। ਉਹੀ ਚੀਜ਼ ਆ ਕੇ ਆਪਾਂ ਇੱਕ ਸਿਸਟਮ ਦੇ ਵਿੱਚ ਚੱਲਣਾ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਹੋਏ। ਦੈਨ ਆਪਣੇ ਕੋਲ ਹੈ ਪ੍ਰੋਸੈਸ ਆਫ ਬੁੱਕ ਕੀਪਿੰਗ। ਦੇਖੋ ਹੁਣ ਆਪਾਂ ਕੋਈ ਵੀ ਬੁੱਕਸ ਆਫ ਅਕਾਊਂਟਸ ਨੇ ਡਾਇਰੈਕਟ ਤਾਂ ਨਹੀਂ ਮੇਨਟੇਨ ਕਰਨ ਲੱਗਦੇ ਹੈਗੇ, ਆਪਾਂ ਇੱਕ ਪ੍ਰੋਸੈਸ ਦੇ ਵਿੱਚ, ਇੱਕ ਸੀਕੁਐਂਸ ਦੇ ਵਿੱਚ ਰਹਿ ਕੇ ਉਹਨੂੰ ਕੀ ਕਰਦੇ ਹਾਂ, ਮੇਨਟੇਨ ਕਰਦੇ ਹਾਂ। ਦੈਨ ਫਸਟ ਸਟੈਪ ਕੀ ਆਪਣੇ ਕੋਲ, ਆਈਡੈਂਟੀਫਾਈ ਦੀ ਮੋਨੀਟਰੀ ਟ੍ਰਾਂਜੈਕਸ਼ਨਸ। ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਵੀ ਸਿਰਫ ਉਹੀ ਟ੍ਰਾਂਜੈਕਸ਼ਨਸ ਰਿਕਾਰਡ ਕਰ ਸਕਦੇ ਹਾਂ ਜਿਹੜੀਆਂ ਕਿ ਨੇ ਮਨੀ ਦੀ ਫਾਰਮ ਦੇ ਵਿੱਚ ਨੇ। ਨੋਨ ਮੋਨੀਟਰੀ ਟਰਮਸ ਨੂੰ ਆਪਾਂ ਕੀ ਕਰਦੇ ਹਾਂ, ਬੁੱਕਸ ਆਫ ਅਕਾਊਂਟਸ ਮੇਨਟੇਨ ਕਰਨ ਟਾਈਮ ਇਗਨੋਰ ਕਰਦੇ ਹਾਂ। ਤਾਂ ਫਸਟ ਕੀ ਹੈ, ਆਲ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਵਿਚ ਵਨ ਆਫ ਮੋਨੀਟਰੀ ਨੇਚਰ ਆਰ ਆਈਡੈਂਟੀਫਾਈਡ ਫॉर ਰਿਕਾਰਡਿੰਗ ਪਰਪਸ। ਜੋ ਮੋਨੀਟਰੀ ਰਿਲੇਟਡ ਟ੍ਰਾਂਜੈਕਸ਼ਨਸ ਨੇ ਆਪਾਂ ਉਹਨਾਂ ਨੂੰ ਆਈਡੈਂਟੀਫਾਈ ਕਰ ਲੈਂਦੇ ਹਾਂ ਤਾਂ ਕਿ ਆਪਾਂ ਉਹਨੂੰ ਕੀ ਕਰ ਸਕੀਏ, ਪ੍ਰੋਪਰ ਇੱਕ ਸੀਕੁਐਂਸ ਦੇ ਵਿੱਚ ਮੇਨਟੇਨ ਕਰ ਸਕੀਏ। ਦੈਨ ਆਲ ਅਦਰ ਨਾਨ ਮੋਨੀਟਰੀ ਟ੍ਰਾਂਜੈਕਸ਼ਨਸ ਆਰ ਇਗਨੋਰਡ ਐਂਡ ਦੇ ਆਰ ਨਾਟ ਰਿਕਾਰਡਡ ਇਨ ਦੀ ਬੁੱਕਸ। ਬਾਕੀ ਦੀਆਂ ਨਾਨ ਮੋਨੀਟਰੀ ਟ੍ਰਾਂਜੈਕਸ਼ਨਸ ਹੋ ਗਈਆਂ, ਨਾਨ ਮੋਨੀਟਰੀ ਜਿਵੇਂ ਉਹੀ ਹੋ ਗਈ, ਸ਼ੇਅਰਸ ਨੇ, ਕੋਈ ਟੇਬਲ ਹੈ, ਕੋਈ ਫਰਨੀਚਰ, ਦੇਖੋ ਇੱਕ ਕੀ ਨੇ ਨਾਨ ਮੋਨੀਟਰੀ ਟ੍ਰਾਂਜੈਕਸ਼ਨਸ ਨੇਗੀਆਂ। ਤਾਂ ਆਪਾਂ ਨੂੰ ਕੀ ਕਰ ਦਿੰਦੇ ਹਾਂ, ਸੈਪਰੇਟ ਕਰ ਦਿੰਦੇ ਹਾਂ ਮੋਨੀਟਰੀ ਟ੍ਰਾਂਜੈਕਸ਼ਨਸ ਤੋਂ, ਬਿਕੋਜ਼ ਆਪਾਂ ਨੂੰ ਚਾਹੀਦੀਆਂ ਹੀ ਕਿਹੜੀਆਂ ਟ੍ਰਾਂਜੈਕਸ਼ਨਸ ਨੇ, ਮੋਨੀਟਰੀ ਟ੍ਰਾਂਜੈਕਸ਼ਨਸ। ਦੈਨ ਆਪਣੇ ਕੋਲ ਸੈਕਿੰਡ ਪੁਆਇੰਟ ਕੀ ਹੈ, ਹੁਣ ਦੇਖੋ ਆਪਾਂ ਨੇ ਮੋਨੀਟਰੀ ਟ੍ਰਾਂਜੈਕਸ਼ਨਸ ਨੂੰ ਆਈਡੈਂਟੀਫਾਈ ਕਰ ਲਿਆ। ਦੈਨ ਰਿਕਾਰਡਿੰਗ ਦੀ ਟ੍ਰਾਂਜੈਕਸ਼ਨਸ। ਮੋਨੀਟਰੀ ਟ੍ਰਾਂਜੈਕਸ਼ਨਸ ਆਰ ਰਿਕਾਰਡਡ ਐਟ ਦਾ ਫਸਟ ਸਟੇਜ ਇਨ ਦਾ ਪ੍ਰਾਈਮ ਬੁੱਕ, ਜਰਨਲ ਐਂਡ ਇਨ ਸਬਸਿਡਰੀ ਬੁੱਕਸ। ਹੁਣ ਦੇਖੋ ਜਰਨਲ ਕੀ ਹੁੰਦਾ, ਬੁੱਕਸ ਆਫ ਅਕਾਊਂਟਸ ਮੇਨਟੇਨ ਕਰਦੇ ਟਾਈਮ ਫਸਟ ਅਕਾਊਂਟ ਹੀ ਤੁਹਾਡਾ ਕੀ ਹੁੰਦਾ, ਜਰਨਲ ਹੁੰਦਾ ਹੈਗਾ। ਜਰਨਲ ਦੇ ਵਿੱਚ ਆਪਾਂ ਨੇ ਕੀ ਕਰਨਾ ਹੁੰਦਾ, ਕਿੰਨੇ ਦਾ ਕੈਸ਼ ਗਿਆ, ਕਿੰਨੇ ਦਾ ਕੈਸ਼ ਆਇਆ, ਇਹ ਸਾਰਾ ਆਪਾਂ ਫਸਟ ਦੇ ਕੀ ਕਰਦੇ ਆ, ਜਰਨਲ ਦੇ ਵਿੱਚ ਰਿਕਾਰਡ ਕਰਦੇ ਹਾਂ। ਤਾਂ ਜਦੋਂ ਆਪਾਂ ਨੇ ਮੋਨੀਟਰੀ ਟ੍ਰਾਂਜੈਕਸ਼ਨਸ ਨੂੰ ਦੇਖੋ ਆਈਡੈਂਟੀਫਾਈ ਕਰ ਲਿਆ, ਉਸ ਤੋਂ ਬਾਅਦ ਆਪਾਂ ਉਹਨੂੰ ਕੀ ਕਰਾਂਗੇ, ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਹਾਂ। ਦੈਨ ਪੋਸਟਿੰਗ ਇਨ ਲੈਜਰ। ਜੇ ਆਪਾਂ ਗੱਲ ਕਰੀਏ ਇੱਕ ਸੀਕੁਐਂਸ ਦੀ ਤਾਂ ਸਭ ਤੋਂ ਪਹਿਲਾਂ ਕੀ ਬਣਦਾ ਤੁਹਾਡਾ, ਜਰਨਲ ਬਣਦਾ, ਉਸ ਤੋਂ ਬਾਅਦ ਕੀ ਬਣਦਾ, ਲੈਜਰ ਬਣਦਾ, ਉਸ ਤੋਂ ਬਾਅਦ ਕੀ ਬਣਦਾ ਤੁਹਾਡਾ, ਟਰਾਇਲ ਬੈਲੈਂਸ ਬਣਦਾ, ਟਰਾਇਲ ਬੈਲੈਂਸ ਤੋਂ ਬਾਅਦ ਕੀ ਬਣਦੀ ਹੈ, ਬੈਲੈਂਸ ਸ਼ੀਟ ਬਣਦੀ ਹੈ। ਤਾਂ ਆਪਾਂ ਨੇ ਮੋਨੀਟਰੀ ਟ੍ਰਾਂਜੈਕਸ਼ਨਸ ਨੂੰ ਆਈਡੈਂਟੀਫਾਈ ਕਰ ਲਿਆ, ਰਿਕਾਰਡ ਵੀ ਕਰ ਲਿਆ। ਰਿਕਾਰਡ ਕਿੱਥੇ ਕਰ ਲਿਆ, ਉਹਨੂੰ ਜਰਨਲ ਦੇ ਵਿੱਚ ਰਿਕਾਰਡ ਕਰ ਲਿਆ। ਜਰਨਲ ਤੋਂ ਬਾਅਦ ਆਪਾਂ ਉਸ ਨੂੰ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਕਿੱਥੇ ਰਿਕਾਰਡ ਕਰਦੇ ਹਾਂ, ਲੈਜਰ ਦੇ ਵਿੱਚ ਕਰਦੇ ਹਾਂ। ਆਲ ਦਾ ਟ੍ਰਾਂਜੈਕਸ਼ਨਸ ਰਿਲੇਟਿੰਗ ਟੂ ਪਰਟੀਕੂਲਰ ਪਰਸਨ, thing or expense or income are recorded at place under one head which is known as ledger. Ledger provides the latest information at any time. ਦੇਖੋ ਜੇ ਆਪਾਂ ਨੇ ਬੁੱਕਸ ਆਫ ਅਕਾਊਂਟਸ ਮੀਨਸ ਆਪਾਂ ਟ੍ਰਾਂਜੈਕਸ਼ਨਸ ਨੂੰ ਪੋਸਟ ਕੀਤਾ ਜਰਨਲ ਦੇ ਵਿੱਚ, ਤਾਂ ਜਰਨਲ ਤੋਂ ਬਾਅਦ ਕੀ ਹੈ, ਉਹਨਾਂ ਨੂੰ ਕਿੱਥੇ ਰਿਕਾਰਡ ਕਰਨਾ ਕੀ ਹੈ ਆਪਣੇ ਲਈ ਜ਼ਰੂਰੀ ਹੈ, ਲੈਜਰ ਦੇ ਵਿੱਚ। ਦੈਨ ਆਪਣੇ ਕੋਲ 4th ਪੁਆਇੰਟ ਹੈ ਬੈਲੈਂਸਿੰਗ ਆਫ ਲੈਜਰ ਅਕਾਊਂਟਸ। ਬੈਲੈਂਸਿੰਗ ਆਫ ਲੈਜਰ ਅਕਾਊਂਟਸ ਕੀ ਹੈ, ਸਪੋਜ਼ ਕਰੋ ਤੁਹਾਡੀ 2 ਦੇ ਵਿੱਚ ਅਮਾਊਂਟ ਦੇਖੋ, 2 ਦੇ ਵਿੱਚ ਆਇਆ ਤੁਹਾਡਾ ਬੈਲੈਂਸ, ਮੰਨ ਲਓ 2 ਬੈਲੈਂਸ 10,000, ਠੀਕ ਹੈ। ਤਾਂ ਬਾਈ ਦੇ ਵਿੱਚ ਆਇਆ ਸਪੋਜ਼ ਕਰੋ 9,000, ਤਾਂ ਤੁਸੀਂ ਕੀ ਕਰੋਗੇ, ਇਹਨੂੰ ਬਾਈ ਬੈਲੈਂਸ 9,000 ਹੈ, 2 ਦੇ ਵਿੱਚ ਕਿੰਨਾ ਹੈ, 10,000 ਹੈ। ਮੀਨਸ ਇਸ ਸਾਈਡ ਕਿੰਨਾ ਤੁਹਾਡਾ ਬੈਲੈਂਸ 1,000 ਰੁਪੀਜ਼ ਘੱਟ ਹੈ। ਤਾਂ ਆਪਾਂ ਇਹਨੂੰ 1000 ਕੀ ਕਰਾਂਗੇ, ਕੈਰੀ ਡਾਊਨ ਕਰਕੇ ਇਹਨੂੰ ਆਪਾਂ ਕੀ ਕਰ ਦੇਵਾਂਗੇ,
ਇਕੁਅਲ ਕਰ ਦੇਵਾਂਗੇ 10,000 ਦੇ ਨਾਲ। ਤਾਂ ਇਹੀ ਚੀਜ਼ ਹੈ ਬੈਲੈਂਸਿੰਗ ਆਫ ਲੈਜਰ ਅਕਾਊਂਟਸ। ਆਪਣੇ ਲਈ ਕੀ ਐਸੈਂਸ਼ੀਅਲ ਐਲੀਮੈਂਟ ਹੈ ਵੀ ਆਪਾਂ ਨੇ ਲੈਜਰ ਅਕਾਊਂਟਸ ਨੂੰ ਕੀ ਕਰਨਾ ਹੁੰਦਾ, ਬੈਲੈਂਸ ਕਰਨਾ ਹੁੰਦਾ ਐਟ ਦੀ ਐਂਡ। ਦੇਖੋ ਦ ਡਿਫਰੈਂਸ ਬਿਟਵੀਨ ਦੀ ਡੈਬਿਟ ਐਂਡ ਕ੍ਰੈਡਿਟ ਸਾਈਡ ਆਫ ਲੈਜਰ ਅਕਾਊਂਟ। ਡੈਬਿਟ ਐਂਡ ਕ੍ਰੈਡਿਟ ਸਾਈਡ ਦੇਖੋ ਡਿਫਰੈਂਸ ਸੀ ਨਾ 1000 ਰੁਪੀਜ਼ ਦਾ, ਤਾਂ ਆਪਾਂ ਇਹਨੂੰ ਕੀ ਕੀਤਾ, ਕਿਵੇਂ ਨਾ ਕਿਵੇਂ ਇਹਨੂੰ ਕੀ ਕੀਤਾ ਆਪਾਂ ਨੇ ਸੈੱਟ ਆਊਟ ਕੀਤਾ। ਤਾਂ ਇਹੀ ਚੀਜ਼ ਹੈ ਵੀ ਬੈਲੈਂਸਿੰਗ ਕਰਨੀ ਹੈ ਆਪਾਂ ਨੇ ਐਟ ਦੀ ਐਂਡ ਲੈਜਰ ਅਕਾਊਂਟ। ਡੈਬਿਟ ਕੀ ਹੈ, ਕ੍ਰੈਡਿਟ ਕੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਅੱਗੇ ਕਰਾਂਗੇ ਵੀ ਕੀ ਚੀਜ਼ ਨੂੰ ਆਪਾਂ ਡੈਬਿਟ ਕਹਿੰਦੇ ਹਾਂ, ਕੀ ਚੀਜ਼ ਨੂੰ ਆਪਾਂ ਕ੍ਰੈਡਿਟ ਕਹਿੰਦੇ ਹਾਂ। ਦੈਨ ਪ੍ਰੀਪੇਰੇਸ਼ਨ ਆਫ ਟਰਾਇਲ ਬੈਲੈਂਸ। ਹੁਣ ਦੇਖੋ ਆਪਾਂ ਮੈਂ ਤੁਹਾਨੂੰ ਇੱਕ ਸੀਕੁਐਂਸ ਦੱਸੀ ਸੀ ਵੀ ਜਰਨਲ ਬਣਦਾ ਹੈ, ਲੈਜਰ ਬਣਦਾ ਹੈ ਅਤੇ ਟਰਾਇਲ ਬੈਲੈਂਸ ਬਣਦਾ ਹੈ। ਤਾਂ ਦੇਖੋ ਆਪਾਂ ਨੇ ਮੋਨੀਟਰੀ ਟ੍ਰਾਂਜੈਕਸ਼ਨਸ ਨੂੰ ਵੀ ਆਈਡੈਂਟੀਫਾਈ ਕਰ ਲਿਆ, ਜਰਨਲ ਵੀ ਬਣਾ ਚੁੱਕੇ, ਉਹਨਾਂ ਨੂੰ ਲੈਜਰ ਦੇ ਵਿੱਚ ਵੀ ਪਾ ਚੁੱਕੇ, ਉਹਨਾਂ ਦੀ ਬੈਲੈਂਸਿੰਗ ਵੀ ਕਰ ਚੁੱਕੇ ਹਾਂ। ਦੈਨ ਆਪਾਂ ਕੀ ਕਰਦੇ ਹਾਂ, ਫਿਰ ਇੱਕ ਟਰਾਇਲ ਬੈਲੈਂਸ ਬਣਾਉਂਦੇ ਹਾਂ। ਟਰਾਇਲ ਬੈਲੈਂਸ ਆਪਾਂ ਨੂੰ ਕੀ ਦੱਸਦਾ ਹੈ, ਉਹਨਾਂ ਦੀ ਮੈਚਿੰਗ ਦੱਸਦਾ ਆਪਸ ਦੇ ਵਿੱਚ ਟ੍ਰਾਂਜੈਕਸ਼ਨ ਦੀ, ਮੀਨਸ ਐਟ ਦੀ ਐਂਡ ਆਪਾਂ ਨੇ ਬੈਲੈਂਸ ਕੀ ਕਰਨਾ ਹੁੰਦਾ, ਇਕੁਅਲ ਕਰਨਾ ਹੁੰਦਾ। ਆਫਟਰ ਸਰਟੇਨਿੰਗ ਦੀ ਬੈਲੈਂਸ ਆਫ ਆਲ ਦੀ ਲੈਜਰ ਅਕਾਊਂਟਸ, these balances are written on a separate list showing debit and credit balance, which is known as trial balance. It is prepared to check arithmetic accuracy of the books. ਦੇਖੋ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਅਰਥਮੈਟਿਕ ਐਕੂਰੇਸੀ। ਐਕੂਰੇਸੀ ਕੀ ਹੁੰਦੀ ਹੈ ਵੀ ਉਹ ਚੀਜ਼ ਕਿੰਨੀ ਕੁ ਸਹੀ ਹੈ, ਕਿੰਨੀ ਕੁ ਵੈਲਿਡ ਹੈ, ਟਰੂ ਹੈ, ਆਪਾਂ ਨੂੰ ਰਿਜ਼ਲਟ ਟਰੂ ਦੇ ਰਹੀ ਹੈ ਜਾਂ ਨਹੀਂ ਦੇ ਰਹੀ। ਇਫ ਬੋਥ ਦਾ ਸਾਈਡਸ ਡੂ ਨਾਟ ਟੈਲੀ, ਟੈਲੀ ਕੀ ਹੁੰਦਾ, ਮੈਚ ਕਰਨਾ। ਜੇ ਦੇਖੋ ਡੈਬਿਟ ਸਾਈਡ ਅਤੇ ਕ੍ਰੈਡਿਟ ਸਾਈਡ ਟਰਾਇਲ ਬੈਲੈਂਸ ਦੀ ਮੈਚ ਨਹੀਂ ਕਰ ਰਹੀ, ਇਟ ਕੈਨ ਬੀ ਸੈਟ ਦੈਟ ਦੇਅਰ ਮੇ ਬੀ ਸਰਟੇਨ ਐਰਰਸ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਆਪਾਂ ਟਰਾਇਲ ਬੈਲੈਂਸ ਬਣਾਉਂਦੇ ਕਿਉਂ, ਆਪਾਂ ਨੇ ਬੈਲੈਂਸ ਦੋਨੋਂ ਸਾਈਡਸ ਦਾ, ਡੈਬਿਟ ਸਾਈਡ ਦਾ ਅਤੇ ਕ੍ਰੈਡਿਟ ਸਾਈਡ ਦਾ ਕੀ ਕਰਨਾ ਹੁੰਦਾ, ਚੈੱਕ ਕਰਨਾ ਹੁੰਦਾ ਵੀ ਜੇ ਉਹ ਕਿਵੇਂ ਨਾ ਕਿਵੇਂ ਕੀ ਹੈ ਇਕੁਅਲ ਨਹੀਂ ਹੈ, ਤਾਂ ਉਹਦੇ ਵਿੱਚ ਆਪਣੇ ਕੀ ਨੇ ਬੁੱਕਸ ਆਫ ਅਕਾਊਂਟਸ ਬਣਾਉਂਦੇ ਟਾਈਮ, ਮੇਨਟੇਨ ਕਰਦੇ ਟਾਈਮ ਕਿਤੇ ਨਾ ਕਿਤੇ ਆਪਾਂ ਤੋਂ ਕੀ ਹੋਏ ਨੇ, ਕੁਛ ਐਰਰਸ ਹੋਏ ਨੇ, ਕੁਛ ਗਲਤੀਆਂ ਹੋਈਆਂ ਨੇ, ਮਿਸਟੇਕਸ ਹੋਈਆਂ ਨੇ। ਤਾਂ ਇੱਕ ਕੀ ਹੈ ਪ੍ਰੋਪਰ ਪ੍ਰੋਸੈਸ ਹੈ ਬੁੱਕ ਕੀਪਿੰਗ ਦੇ ਲਈ। ਦੈਨ ਆਪਾਂ ਗੱਲ ਕਰਦੇ ਹਾਂ ਆਪਣੀ ਬੁੱਕ ਕੀਪਿੰਗ ਹੋ ਚੁੱਕਿਆ, ਆਪਣਾ ਇੱਕ ਪ੍ਰੋਸੈਸ ਹੋ ਚੁੱਕਿਆ ਹੈ। ਬੁੱਕ ਕੀਪਿੰਗ ਦੇ ਸਾਰੇ ਕੀ ਸੀਗੇ, ਸਟੇਜਸ ਸੀਗੇ ਵੀ ਕਿਵੇਂ ਕਿਵੇਂ ਆਪਾਂ ਨੇ ਬੁੱਕ ਕੀਪਿੰਗ ਨੂੰ ਕੀ ਕਰਨਾ, ਮੇਨਟੇਨ ਕਰਨਾ। ਦੈਨ ਆਬਜੈਕਟਿਵਸ ਆਫ ਬੁੱਕ ਕੀਪਿੰਗ। ਹੁਣ ਦੇਖੋ ਬੁੱਕ ਕੀਪਿੰਗ ਦਾ ਮੀਨਿੰਗ ਪਤਾ ਚੱਲ ਚੁੱਕਿਆ ਤੁਹਾਨੂੰ। ਬੁੱਕ ਕੀਪਿੰਗ ਕੀ ਹੈ, ਜਿੰਨੀਆਂ ਵੀ ਆਪਾਂ ਬੁੱਕਸ ਬਣਾਉਂਦੇ ਹਾਂ ਬਿਜ਼ਨਸ ਦੇ ਵਿੱਚ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ, ਬੁੱਕ ਕੀਪਿੰਗ ਕਹਿ ਸਕਦੇ ਹਾਂ। ਬੁੱਕ ਕੀਪਿੰਗ ਦੇ ਵਿੱਚ ਆਪਾਂ ਕੀ ਕਰਦੇ ਹਾਂ, ਸਿਰਫ ਮੋਨੀਟਰੀ ਟ੍ਰਾਂਜੈਕਸ਼ਨਸ ਕਰਦੇ ਹਾਂ, ਬਿਜ਼ਨਸ ਰਿਲੇਟਡ ਟ੍ਰਾਂਜੈਕਸ਼ਨਸ ਕਰਦੇ ਹਾਂ। ਐਟ ਦੀ ਐਂਡ ਆਪਾਂ ਨੇ ਕੀ ਕਰਨਾ ਹੁੰਦੇ ਨੇ, ਬੈਲੈਂਸਿਸ ਵਗੈਰਾ ਟੈਲੀ ਕਰਨੇ ਹੁੰਦੇ ਨੇ। ਇਹ ਸਾਰਾ ਪ੍ਰੋਸੈਸ ਕੀ ਹੋਇਆ, ਇੱਕ ਬੁੱਕ ਕੀਪਿੰਗ ਹੋ ਚੁੱਕਿਆ। ਦੈਨ ਆਬਜੈਕਟਿਵਸ ਕੀ ਨੇ, ਆਬਜੈਕਟਿਵਸ ਮੀਨਸ ਉਦੇਸ਼, ਆਪਾਂ ਬਣਾਉਂਦੇ ਕਿਉਂ ਆ ਬੁੱਕ ਕੀਪਿੰਗ। ਫਸਟ ਕੀ ਹੈ, ਟੂ ਨੋ ਦੀ ਰਿਜ਼ਲਟ ਆਫ ਬਿਜ਼ਨਸ ਇਨ ਸ਼ੇਪ ਆਫ ਪ੍ਰੋਫਿਟ ਔਰ ਲੋਸ। ਦੇਖੋ ਮੈਂ ਪਹਿਲਾਂ ਹੀ ਐਗਜ਼ਾਮਪਲ ਦਿੱਤੀ ਸੀ ਵੀ ਆਪਾਂ ਨੇ ਬਾਇੰਗ ਐਂਡ ਸੈਲਿੰਗ ਦਾ ਰਿਕਾਰਡ ਰੱਖਣਾ। ਹੁਣ ਬਾਇੰਗ ਐਂਡ ਸੈਲਿੰਗ ਦਾ ਰਿਕਾਰਡ ਕਿਉਂ ਰੱਖਣਾ ਹੈ, ਬਿਕੋਜ਼ ਆਪਾਂ ਕੀ ਕਰਨਾ ਚਾਹੁੰਦੇ ਹਾਂ, ਰਿਜ਼ਲਟ ਆਫ ਬਿਜ਼ਨਸ ਇਨ ਸ਼ੇਪ ਆਫ ਪ੍ਰੋਫਿਟ ਔਰ ਲੋਸ। ਆਪਾਂ ਨੇ ਕੀ ਕਰਨਾ ਹੈ, ਪ੍ਰੋਫਿਟ ਔਰ ਲੋਸ ਦੀ ਸ਼ੇਪ ਨੂੰ ਜਾਣਨਾ ਹੈ। ਤਾਂ ਟੂ ਨੋ ਦੀ ਰਿਜ਼ਲਟ ਆਫ ਬਿਜ਼ਨਸ ਇਨ ਸ਼ੇਪ ਆਫ ਪ੍ਰੋਫਿਟ ਔਰ ਲੋਸ, ਵੀ ਕਿੰਨਾ ਪ੍ਰੋਫਿਟ ਹੋਇਆ ਆਪਾਂ ਨੂੰ ਐਟ ਦੀ ਐਂਡ 'ਤੇ ਕਿੰਨਾ ਲੋਸ ਹੋਇਆ। ਇਹ ਤਾਂ ਆਪਾਂ ਤਾਂ ਹੀ ਚੈੱਕ ਕਰ ਸਕਦੇ ਹਾਂ ਜੇ ਆਪਣੇ ਕੋਲ ਰਿਟਰਨ ਦੇ ਵਿੱਚ ਬੁੱਕਸ ਬਣਾਈਆਂ ਹੋਈਆਂ ਨੇ। ਐਟ ਦੀ ਐਂਡ ਆਪਾਂ ਟੋਟਲਿੰਗ ਕਰਦੇ ਹਾਂ, ਠੀਕ ਹੈ। ਸੈਕਿੰਡ ਆਪਣੇ ਕੋਲ ਟੂ ਨੋ ਦੀ ਟੋਟਲ ਐਸੈਟਸ ਐਂਡ ਲਾਇਬਿਲਿਟੀਜ਼ ਆਫ ਬਿਜ਼ਨਸ। ਅਸੈਟਸ ਕੀ ਹੁੰਦੇ ਨੇ, ਲਾਇਬਿਲਿਟੀਜ਼ ਕੀ ਹੁੰਦੀਆਂ ਨੇ। ਹੁਣ ਦੇਖੋ ਕੋਈ ਕੰਪਨੀ ਹੈ, ਕੋਈ ਬਿਜ਼ਨਸ ਹੈ, ਠੀਕ ਹੈ, ਉਹਦੇ ਵਿੱਚ ਕੀ ਨੇ, ਸਪੋਜ਼ ਕਰੋ ਫਰਨੀਚਰ ਲਗਾਇਆ ਹੋਇਆ ਹੈਗਾ 5 ਲੱਖ ਰੁਪਏ ਦਾ, ਮਸ਼ੀਨਰੀ ਲਗਾਈ ਹੋਈ ਹੈ 2 ਲੱਖ ਰੁਪਏ ਦੀ, ਠੀਕ ਹੈ, ਸਟਾਕ ਹੈ ਥੋੜ੍ਹਾ ਬਹੁਤਾ 1 ਲੱਖ ਰੁਪੀਜ਼ ਦਾ, ਅਤੇ ਕੈਸ਼ ਵੀ ਲਿਆ ਹੋਇਆ ਕਿਤੇ ਨਾ ਕਿਤੋਂ, ਲੋਨ ਵੀ ਲਏ ਹੋਏ ਨੇ, ਠੀਕ ਹੈ। ਹੁਣ ਦੇਖੋ ਕੈਸ਼ ਹੋ ਗਿਆ, ਬੈਂਕ ਹੋ ਗਿਆ, ਫਰਨੀਚਰ ਹੋ ਗਿਆ। ਫਰਨੀਚਰ ਕੀ ਹੁੰਦੀ ਹੈ, ਲੱਕੜੀ, ਠੀਕ ਹੈ। ਮਸ਼ੀਨਰੀ ਹੋ ਗਈ, ਲੈਂਡ ਐਂਡ ਬਿਲਡਿੰਗ ਜਿੱਥੇ ਆਪਾਂ ਨੇ ਉਹ ਬਿਜ਼ਨਸ ਲਗਾਇਆ ਹੋਇਆ, ਇਹ ਸਾਰੇ ਕੀ ਨੇ, ਆਪਣੇ ਅਸੈਟਸ ਨੇ, ਮੀਨਸ ਕੀ ਨੇ, ਆਪਣੀ ਸੰਪੱਤੀ ਨੇ, ਪੂੰਜੀ ਨੇ। On the other side, if we talk about liabilities, then what do you mean by liabilities? Liabilities means ਤੁਹਾਡੇ ਕੀ ਨੇ, expenses ਨੇ। liabilities are your expenses, ਤੁਹਾਡੇ ਖਰਚੇ। ਲਾਈਕ ਹੁਣ ਦੇਖੋ ਤੁਸੀਂ ਕੀ ਕੀਤਾ, ਕ੍ਰੈਡੀਟਰਸ ਹੋ ਗਏ ਤੁਹਾਡੇ, ਠੀਕ ਹੈ, ਬਿਲਸ ਪੇਬਲ ਹੋ ਗਏ, ਲੋਨ ਹੋ ਗਏ। ਲੋਨ ਲਾਇਬਿਲਿਟੀ ਕਿਵੇਂ ਆ, ਦੇਖੋ ਤੁਸੀਂ ਕਿਸੇ ਨਾ ਕਿਸੇ ਬਿਜ਼ਨਸ ਨੂੰ ਸਟਾਰਟ ਕਰਨ ਦੇ ਲਈ ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਜਾਂ ਬੈਂਕ ਤੋਂ ਕੀ ਲਿਆ, ਲੋਨ ਲਿਆ। ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਬਿਜ਼ਨਸ ਸਟਾਰਟ ਕਰ ਹੀ ਰੱਖਿਆ, ਲੋਨ ਦੀ ਪੇਮੈਂਟ ਨਹੀਂ ਕਰੋਗੇ,
ਕਿਤੇ ਨਾ ਕਿਤੇ ਤੁਹਾਨੂੰ ਪੇਮੈਂਟ ਤਾਂ ਵਾਪਸ ਤਾਂ ਪੈਸਾ ਕਰਨਾ ਹੀ ਪਵੇਗਾ। ਕਿਸੇ ਪਰਸਨ ਤੋਂ ਲਿਆ, ਕਿਸੇ ਤੋਂ ਬੈਂਕ ਤੋਂ ਲਿਆ, ਠੀਕ ਹੈ, ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲਿਆ, ਤਾਂ ਦੇਖੋ ਤੁਹਾਨੂੰ ਪੇਮੈਂਟ ਤਾਂ ਕਰਨੀ ਹੀ ਪਏਗੀ। ਤਾਂ ਇੱਕ ਤੁਹਾਡਾ ਕੀ ਹੈ, ਲਾਇਬਿਲਿਟੀ ਹੈ, ਤੁਹਾਡੀ ਖਰਚਾ ਹੈ। ਕਿਉਂਕਿ ਦੇਖੋ ਜੇ ਆਪਾਂ ਕੋਈ ਡੇ ਟੂ ਡੇ ਬਿਜ਼ਨਸ ਕਰਦੇ ਹਾਂ, ਕਈ ਵਾਰ ਆਪਾਂ ਕੀ ਕਰਦੇ ਹਾਂ, ਕਿਸੇ ਤੋਂ ਪੈਸਾ ਲੈ ਕੇ ਬਿਜ਼ਨਸ ਸਟਾਰਟ ਕਰਦੇ ਹਾਂ, ਤਾਂ ਉਹ ਪੈਸਾ ਵਾਪਸ ਕਰਨਾ ਪਵੇਗਾ। ਦੈਨ ਇਟਸ ਯੂਅਰ ਲਾਇਬਿਲਿਟੀ। ਸਮਝ ਆਇਆ? ਟੂ ਨੋ ਦੀ ਟੋਟਲ ਐਸੈਟਸ ਐਂਡ ਲਾਇਬਿਲਿਟੀਜ਼ ਆਫ ਬਿਜ਼ਨਸ। ਥਰਡ ਪੁਆਇੰਟ ਹੈ, ਇਟ ਇਜ਼ ਯੂਜ਼ਫੁਲ ਟੂ ਅਸਰਟੇਨ ਦੀ ਟੈਕਸ ਲਾਇਬਿਲਿਟੀ ਆਫ ਦੀ ਬਿਜ਼ਨਸ। ਟੈਕਸ ਲਾਇਬਿਲਿਟੀ, ਟੈਕਸ ਕੀ ਹੁੰਦਾ ਹੈ, ਕਰ। ਹੁਣ ਦੇਖੋ ਆਪਾਂ ਨੂੰ ਕੀ ਕਰਨਾ ਪੈਂਦਾ, ਸੇਲ ਟੈਕਸ, ਵੈਲਥ ਟੈਕਸ। ਸੇਲ ਟੈਕਸ ਮਤਲਬ ਕੀ ਹੈ, ਜੇ ਤੁਸੀਂ ਸੇਲਸ ਕੀ ਕਰ ਰਹੇ ਹੋ, ਅਪ ਟੂ ਦੀ ਲਿਮਿਟ ਕਰ ਰਹੇ ਹੋ ਜਾਂ ਕਿਵੇਂ ਵੀ ਕਰ ਰਹੇ ਹੋ, ਦੇਖੋ ਬਿਜ਼ਨਸ ਨੂੰ ਟੈਕਸ ਤਾਂ ਪੇਮੈਂਟ ਕਰਨਾ ਹੀ ਪੈਂਦਾ ਹੈ। ਤਾਂ ਦੇਖੋ ਜਦੋਂ ਤੁਹਾਨੂੰ ਆਪਣਾ ਪ੍ਰੋਫਿਟ ਔਰ ਲੋਸ ਪਤਾ ਲੱਗ ਗਿਆ ਐਟ ਦੀ ਐਂਡ, ਤੁਹਾਨੂੰ ਆਪਣੇ ਐਸੈਟਸ ਐਂਡ ਲਾਇਬਿਲਿਟੀਜ਼ ਪਤਾ ਲੱਗ ਚੁੱਕੀਆਂ ਨੇ ਐਟ ਦੀ ਐਂਡ, ਤਾਂ ਤੁਸੀਂ ਉਸ ਦੇ ਬੇਸ 'ਤੇ ਹੀ ਕੀ ਕਰ ਸਕਦੇ ਹੋ, ਟੈਕਸ ਦੀ ਪੇਮੈਂਟ ਕਰ ਸਕਦੇ ਹੋ ਗਵਰਨਮੈਂਟ ਨੂੰ। ਬਿਕੋਜ਼ ਟੈਕਸ ਇਜ਼ ਦਾ ਮੇਨ ਸੋਰਸ ਆਫ ਰੈਵਨਿਊ ਆਫ ਦੀ ਗਵਰਨਮੈਂਟ। ਇੱਕ ਟੈਕਸ ਹੀ ਹੈ ਜਿਹੜਾ ਗਵਰਨਮੈਂਟ ਦੀ ਰੈਵਨਿਊ ਦਾ ਕੀ ਹੈ, ਇੱਕ ਮੇਨ ਸੋਰਸ ਹੈ। ਤਾਂ ਜਦੋਂ ਤੱਕ ਤੁਹਾਨੂੰ ਆਪਣੇ ਐਸੈਟਸ ਲਾਇਬਿਲਿਟੀਜ਼, ਆਪਣੇ ਪ੍ਰੋਫਿਟ ਅਤੇ ਲੋਸ ਟਰੂ ਨਹੀਂ ਪਤਾ ਲੱਗ ਜਾਂਦਾ, ਤੁਸੀਂ ਕੀ ਨਹੀਂ ਕਰ ਸਕਦੇ, ਆਪਣਾ ਟੈਕਸ ਨੂੰ ਅਸੈਸ ਨਹੀਂ ਕਰ ਸਕਦੇ। It records the transactions date wise and maintain accounts for a longer period। ਡੇਟ ਵਾਈਜ਼ ਦੇਖੋ ਹੀ ਹੋ ਗਿਆ ਵੀ 1 ਅਪ੍ਰੈਲ ਦੀ ਐਂਟਰੀ ਪਹਿਲਾਂ ਹੈ, 2 ਦੀ ਬਾਅਦ ਦੇ ਵਿੱਚ ਹੈ, 3rd ਦੀ ਉਸ ਤੋਂ ਅੱਗੇ। ਦੈਨ ਇਟ ਕੀਪਸ ਏ ਰਿਕਾਰਡ ਆਫ ਦੀ ਅਮਾਊਂਟ ਓਵਨਡ ਬਾਈ ਦਾ ਬਿਜ਼ਨਸ ਐਂਡ ਅਮਾਊਂਟ ਰਿਸੀਵੇਬਲ ਬਾਈ ਦੀ ਬਿਜ਼ਨਸ। ਓਵਨਡ ਕੀ ਹੁੰਦਾ, ਖੁਦ ਦਾ ਪੈਸਾ, ਰਿਸੀਵੇਬਲ ਕਿਸੇ ਤੋਂ ਲਿਆ ਹੋਇਆ। ਉਹੀ ਗੱਲ ਆ ਗਈ ਵੀ ਲੋਨ ਵਗੈਰਾ ਆਪਾਂ ਕਿੰਨੀ ਲਈ ਹੈ ਅਤੇ ਕਿੰਨਾ ਆਪਣਾ ਖੁਦ ਦਾ ਪੈਸਾ ਲਗਾਇਆ ਬਿਜ਼ਨਸ ਦੇ ਵਿੱਚ। ਦੈਨ ਆਪਣੇ ਕੋਲ ਕੀ ਹੈ, ਇਟ ਫੈਸਿਲਿਟੇਟਸ ਇਨ ਕੰਪੇਅਰਿੰਗ ਦੀ ਫਾਈਨੈਂਸ਼ੀਅਲ ਪਰਫੋਰਮੈਂਸ ਆਫ ਪ੍ਰੀਵੀਅਸ ਈਅਰ ਵਿਦ ਕਰੰਟ ਈਅਰ। ਦੇਖੋ ਹੁਣ ਆਪਣਾ ਕੀ ਚੱਲ ਰਿਹਾ, 2020 ਚੱਲ ਰਿਹਾ। ਆਪਣਾ 2020 ਦੇ ਵਿੱਚ ਕਿੰਨਾ ਪ੍ਰੋਫਿਟ ਹੋਇਆ, 2019 ਦੇ ਵਿੱਚ ਕਿੰਨਾ ਹੋਇਆ ਸੀ। ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਸ ਦੇ ਵਿੱਚ ਕੰਪੈਰੀਜ਼ਨ ਕਰ ਸਕਦੇ ਹਾਂ ਈਜ਼ਲੀ। ਇਹ ਕੰਪੈਰੀਜ਼ਨ ਫੇਰ ਹੀ ਪੋਸੀਬਲ ਜੇ ਆਪਣੇ ਕੋਲ ਕੀ ਨੇ, ਬੁੱਕਸ ਆਫ ਅਕਾਊਂਟਸ ਮੇਨਟੇਨ ਕੀਤੇ ਹੋਏ ਨੇ। ਹੁਣ ਆਪਾਂ ਕੀ ਕਰ ਚੁੱਕੇ ਹਾਂ, ਬੁੱਕ ਕੀਪਿੰਗ ਦਾ ਮੀਨਿੰਗ ਕਰ ਚੁੱਕੇ ਹਾਂ, ਪ੍ਰੋਸੈਸ ਕਰ ਚੁੱਕੇ ਹਾਂ, ਦੈਨ ਆਬਜੈਕਟਿਵਸ ਕਰ ਚੁੱਕੇ ਹਾਂ। ਨੈਕਸਟ ਕਲਾਸ ਦੇ ਵਿੱਚ ਆਪਾਂ ਕੀ ਕਰਾਂਗੇ, ਪਹਿਲਾਂ ਆਪਾਂ ਕੀ ਕਰ ਲੈਂਦੇ ਹਾਂ, ਇੰਪੋਰਟੈਂਸ ਵੀ ਕਰ ਲੈਂਦੇ ਹਾਂ ਅੱਜ ਬੁੱਕ ਕੀਪਿੰਗ ਦੀ। ਇੰਪੋਰਟੈਂਸ ਕੀ ਹੈ, ਉਹੀ ਹੋ ਗਿਆ ਆਪਣਾ ਪਰਮਾਨੈਂਟ ਰਿਕਾਰਡ ਆਪਣੇ ਕੋਲ ਰਿਟਨ ਦੇ ਵਿੱਚ। ਫਾਈਨੈਂਸ਼ੀਅਲ ਇਨਫੋਰਮੇਸ਼ਨ ਆਪਾਂ ਨੂੰ ਪਤਾ ਚੱਲਦਾ ਰਹਿੰਦਾ ਵੀ ਆਪਣੇ ਕਿੰਨੇ ਐਸੈਟਸ ਨੇ, ਕਿੰਨੇ ਲਾਇਬਿਲਿਟੀਜ਼ ਨੇ। ਕੰਟਰੋਲਿੰਗ ਪ੍ਰੋਪਰ ਕੰਟਰੋਲ ਕਰ ਸਕਦੇ ਹਾਂ ਜੇ ਰਿਟਨ ਦੇ ਵਿੱਚ ਪ੍ਰੂਫ ਹੈ ਆਪਣੇ ਕੋਲ, ਠੀਕ ਹੈ। ਪ੍ਰੂਫ ਇਨ ਕੋਰਟ ਆਪਾਂ ਦਿਖਾ ਵੀ ਸਕਦੇ ਹਾਂ ਕਿਸੇ ਥਰਡ ਪਾਰਟੀ ਨੂੰ ਜਾ ਕੇ। ਕੰਪੈਰੀਜ਼ਨ ਪੋਸੀਬਲ ਹੈ, ਕੰਪੈਰੀਜ਼ਨ ਕਿਵੇਂ, ਫਸਟ ਈਅਰ ਦਾ 2nd ਈਅਰ ਦੇ ਨਾਲ, ਕਰੰਟ ਈਅਰ ਦਾ ਪਾਸਟ ਈਅਰ ਦੇ ਨਾਲ। ਦੈਨ ਟੈਕਸ ਲਾਇਬਿਲਿਟੀਜ਼, ਟੈਕਸ ਵੀ ਕੀ ਕਰ ਸਕਦੇ ਹਾਂ, ਆਪਣਾ ਅਸੈਸ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ। ਸੋ ਥੈਂਕਸ ਸਟੂਡੈਂਟਸ। ਨੈਕਸਟ ਕਲਾਸ ਦੇ ਵਿੱਚ ਆਪਾਂ ਕਰਦੇ ਹਾਂ ਅਕਾਊਂਟੈਂਸੀ। ਥੈਂਕ ਯੂ।